ਹੈਲੋ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ। ਅੱਜ ਦੀ ਕਹਾਣੀ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ। ਚਲੋ ਜੀ ਸ਼ੁਰੂ ਕਰਦੇ ਹਾਂ ਫਿਰ ਅੱਜ ਦੀ ਕਹਾਣੀ। ਇੱਕ ਵਾਰ ਇੱਕ ਸਾਧੂ ਤੋਂ ਇੱਕ ਸਮਰਾਟ ਬਹੁਤ ਪ੍ਰਭਾਵਿਤ ਹੋ ਗਿਆ। ਸਮਰਾਟ ਜਦੋਂ ਆਪਣੇ ਘੋੜੇ ਤੇ ਬੈਠ ਕੇ ਆਪਣੇ ਰਾਜ ਦਾ ਚੱਕਰ ਕੱਢਣ ਜਾਂਦਾ ਸੀ ਤਾਂ ਉਹ ਹਰ ਰੋਜ਼ ਇੱਕ ਸਾਧੂ ਨੂੰ ਦਰਖਤ ਦੇ ਥੱਲੇ ਬੈਠਾ ਦੇਖਦਾ ਸੀ। ਉਹ ਸਾਧੂ ਉਸ ਦਰਖਤ ਦੇ ਥੱਲੇ ਆਪਣੀ ਮਸਤੀ ਵਿੱਚ ਪੂਰਾ ਮਸਤ ਹੁੰਦਾ ਸੀ। ਉਹ ਕਦੇ ਬੰਸਰੀ ਵਜਾ ਰਿਹਾ ਹੁੰਦਾ ਸੀ, ਕਦੇ ਨੱਚ ਰਿਹਾ ਹੁੰਦਾ ਸੀ ਤੇ ਕਦੇ ਕੋਈ ਗੀਤ ਗੁਣਗੁਣਾ ਰਿਹਾ ਹੁੰਦਾ ਸੀ। ਕਦੇ ਬਿਲਕੁਲ ਸ਼ਾਂਤ ਬੈਠਾ ਅਸਮਾਨ ਵੱਲ ਦੇਖ ਰਿਹਾ ਹੁੰਦਾ ਸੀ। ਸਮਰਾਟ ਜਦੋਂ ਵੀ ਉੱਥੋਂ ਲੰਘਦਾ ਸੀ ਤਾਂ ਉਹ ਆਪਣਾ ਘੋੜਾ ਉੱਥੇ ਰੋਕ ਲੈਂਦਾ। ਉਹ ਮਸਤ ਸਾਧੂ ਨੂੰ ਦੇਖੇ ਬਿਨਾ ਸਮਰਾਟ ਅੱਗੇ ਨਹੀਂ ਜਾਂਦਾ ਸੀ। ਰੋਜ਼-ਰੋਜ਼ ਉਸ ਸਾਧੂ ਦੇ ਇਸ ਮਸਤ ਮੌਲਾ ਸੁਭਾਅ ਨੂੰ ਦੇਖ ਕੇ ਰਾਜਾ ਉਸ ਤੋਂ ਇੰਨਾ ਪ੍ਰਭਾਵਿਤ ਹੋਣ ਲੱਗ ਪਿਆ ਕਿ ਉਸ ਸਾਧੂ ਨੂੰ ਕਿੰਨਾ ਸਮਾਂ ਉਹ ਇੱਕ ਦਰਖਤ ਦੇ ਪਿੱਛੇ ਲੁਕ ਕੇ ਦੇਖਦਾ ਰਹਿੰਦਾ ਸੀ। ਉਸ ਸਾਧੂ ਦੀ ਮਸਤੀ ਅਜਿਹੀ ਸੀ ਕਿ ਸਮਰਾਟ ਖੁਦ ਵੀ ਮਸਤ ਹੋ ਕੇ ਆਪਣੇ ਮਹਿਲ ਵਿੱਚ ਵਾਪਸ ਆਉਂਦਾ ਸੀ। ਫਿਰ ਇੱਕ ਦਿਨ ਸਮਰਾਟ ਇੰਨਾ ਭਾਵੁਕ ਹੋ ਗਿਆ ਕਿ ਉਹ ਸਾਧੂ ਦੇ ਪੈਰਾਂ ਵਿੱਚ ਜਾ ਕੇ ਡਿੱਗ ਪਿਆ ਤੇ ਸਾਧੂ ਨੂੰ ਕਹਿਣ ਲੱਗਾ ਕਿ ਮਹਾਰਾਜ, ਮੈਂ ਤੁਹਾਨੂੰ ਇੱਥੇ ਹੋਰ ਨਹੀਂ ਰਹਿਣ ਦੇਵਾਂਗਾ। ਮੀਂਹ ਦਾ ਮੌਸਮ ਨੇੜੇ ਆ ਰਿਹਾ ਹੈ ਤੇ ਤੁਸੀਂ ਮੀਂਹ ਦੇ ਮੌਸਮ ਵਿੱਚ ਇਸ ਦਰਖਤ ਦੇ ਹੇਠਾਂ ਕਿਵੇਂ ਰਹੋਗੇ? ਤੁਸੀਂ ਮੇਰੇ ਮਹਿਲ ਵਿੱਚ ਚੱਲੋ ਤੇ ਮੇਰੇ ਤੇ ਕਿਰਪਾ ਕਰੋ। ਮੈਨੂੰ ਤੁਹਾਡੀ ਸੇਵਾ ਕਰਨ ਦਾ ਇੱਕ ਮੌਕਾ ਦਿਓ। ਇਹ ਗੱਲ ਸੁਣਦੇ ਹੀ ਉਹ ਸਾਧੂ ਤਾਂ ਉੱਠ ਕੇ ਖੜਾ ਹੋ ਗਿਆ, ਆਪਣਾ ਝੋਲਾ ਚੱਕਿਆ ਤੇ ਸਮਰਾਟ ਨੂੰ ਕਿਹਾ ਕਿ ਚੱਲੋ। ਇਹ ਸਭ ਕੁਝ ਦੇਖ ਕੇ ਸਮਰਾਟ ਨੂੰ ਬਹੁਤ ਸਦਮਾ ਲੱਗਦਾ ਏ। ਸਮਰਾਟ ਕਹਿ ਤਾਂ ਰਿਹਾ ਸੀ ਕਿ ਮੇਰੇ ਮਹਿਲ ਚੱਲੋ, ਪਰ ਉਹ ਇਹ ਸੁਣ ਕੇ ਖੁਸ਼ ਹੁੰਦਾ ਜੇ ਸਾਧੂ ਕਹਿੰਦਾ ਕਿ ਕਿਹੜਾ ਮਹਿਲ, ਦਾ ਮਹਿਲ, ਅਸੀਂ ਜਿੱਥੇ ਹਾਂ ਉੱਥੇ ਹੀ ਮਸਤ ਹਾਂ। ਅਸੀਂ ਮਹਿਲਾਂ ਵਗੈਰਾ 'ਚ ਨਹੀਂ ਜਾਂਦੇ। ਅਸੀਂ ਕੱਪੜਿਆਂ, ਮਹਿਲਾਂ ਆਦਿ ਸਭ ਚੀਜ਼ਾਂ ਦਾ ਤਿਆਗ ਕਰ ਦਿੱਤਾ ਏ। ਸਮਰਾਟ ਦੇ ਮਨ ਵਿੱਚ ਤਾਂ ਸਾਧੂ ਦੇ ਮੂੰਹੋਂ ਇਹ ਸ਼ਬਦ ਸੁਣਨ ਦੀ ਇੱਛਾ ਸੀ। ਜੇ ਸਾਧੂ ਨੇ ਇਹ ਸਭ ਕੁਝ ਕਿਹਾ ਹੁੰਦਾ ਤਾਂ ਸਮਰਾਟ ਉਸ ਦੇ ਅੱਗੇ ਹੋਰ ਵੀ ਬੇਨਤੀ ਕਰ ਲੈਂਦਾ, ਪਰ ਸਾਧੂ ਤਾਂ ਝੱਟ ਦੇ ਨਾਲ ਹੀ ਉਸ ਦੇ ਨਾਲ ਚੱਲਣ ਲਈ ਤਿਆਰ ਹੋ ਜਾਂਦਾ ਏ। ਇਸ ਲਈ ਸਮਰਾਟ ਥੋੜਾ ਸੋਚਣ ਲਈ ਮਜਬੂਰ ਹੋ ਗਿਆ ਕਿ ਕਿਤੇ ਮੈਂ ਕੋਈ ਗਲਤੀ ਤਾਂ ਨਹੀਂ ਕਰ ਲਈ। ਇਹ ਆਦਮੀ ਮੇਰੇ ਨਾਲ ਕੋਈ ਚਾਲ ਤਾਂ ਨਹੀਂ ਖੇਡ ਰਿਹਾ। ਇਹ ਕੋਈ ਇਸ ਦੀ ਮਹਿਲ ਵਿੱਚ ਘੁਸਣ ਦੀ ਤਰਕੀਬ ਤਾਂ ਨਹੀਂ ਸੀ ਕਿ ਇਹ ਇੱਥੇ ਬੈਠਾ ਬੰਸਰੀ ਵਜਾਉਂਦਾ ਰਿਹਾ, ਹੋਰ ਢੋਂਗ ਕਰਦਾ ਰਿਹਾ। ਮੈਂ ਐਵੇਂ ਹੀ ਫਾਲਤੂ ਇਸ ਦੇ ਚੱਕਰਾਂ ਵਿੱਚ ਪੈ ਗਿਆ, ਪਰ ਹੁਣ ਮੈਂ ਕੁਝ ਕਰ ਵੀ ਨਹੀਂ ਸਕਦਾ। ਇਸਨੇ ਇੱਕ ਮੌਕਾ ਵੀ ਤਾਂ ਨਹੀਂ ਦਿੱਤਾ। ਇਸਨੇ ਇੱਕ ਵਾਰ ਵੀ ਨਹੀਂ ਕਿਹਾ ਕਿ ਨਹੀਂ, ਮੈਂ ਤਾਂ ਬਹੁਤ ਸੰਤੁਸ਼ਟ ਹਾਂ। ਕਿਹੜਾ ਮੀਂਹ, ਕਿਹੜੀ ਠੰਡ, ਸਾਡੇ ਲਈ ਤਾਂ ਸਭ ਇੱਕੋ ਜਿਹਾ ਹੈ। ਸਮਰਾਟ ਨੇ ਸੋਚਿਆ, ਕਾਹਦਾ ਸਾਧੂ ਆ ਇਹ? ਰਾਮ ਦੀ ਗੱਲ ਆਉਂਦੇ ਹੀ ਤੁਰੰਤ ਇਸਨੇ ਹਾਂ ਕਰ ਦਿੱਤੀ। ਸਮਰਾਟ ਦੇ ਮਨ ਦਾ ਸਾਰਾ ਚਾਅ ਹੀ ਖਤਮ ਹੋ ਗਿਆ ਸੀ। ਸਮਰਾਟ ਹਜੇ ਆਪਣੇ ਮਨ ਵਿੱਚ ਇਹ ਸਭ ਸੋਚ ਹੀ ਰਿਹਾ ਸੀ ਕਿ ਇੰਨੇ ਵਿੱਚ ਉਹ ਸਾਧੂ ਸਮਰਾਟ ਦੇ ਘੋੜੇ ਉੱਤੇ ਬੈਠ ਗਿਆ। ਸਮਰਾਟ ਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਪੈਦਲ ਚੱਲਣਾ ਪਿਆ, ਜਦਕਿ ਉਹ ਸਾਧੂ ਬਹੁਤ ਮਜ਼ੇ ਨਾਲ ਘੋੜੇ ਤੇ ਬੈਠ ਕੇ ਜਾ ਰਿਹਾ ਸੀ। ਸਮਰਾਟ ਦੇ ਦਿਲ ਨੂੰ ਬੜੀ ਸੱਟ ਲੱਗੀ। ਇਹ ਤਾਂ ਮੈਂ ਬਹੁਤ ਜਲਦਬਾਜ਼ੀ ਕਰ ਦਿੱਤੀ। ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ। ਪਰ ਹੁਣ ਸਮਰਾਟ ਆਪਣੀ ਗੱਲ ਤੋਂ ਮੁੱਕਰ ਵੀ ਨਹੀਂ ਸਕਦਾ ਸੀ। ਉਸਨੇ ਸੋਚਿਆ ਕਿ ਜਿੱਥੇ ਐਨੇ ਲੋਕ ਮਹਿਲ ਵਿੱਚ ਤੁਰੇ ਫਿਰਦੇ ਰਹਿੰਦੇ ਨੇ, ਇਹ ਵੀ ਫਿਰਦਾ ਰਹੂ। ਸਮਰਾਟ ਦੇ ਮਨ ਵਿੱਚ ਉਸ ਸਾਧੂ ਲਈ ਸਤਿਕਾਰ ਖਤਮ ਹੋ ਗਿਆ ਸੀ। ਸਾਧੂ ਤਾਂ ਮਹਿਲ ਵਿੱਚ ਜਾ ਕੇ ਰਹਿਣ ਲੱਗ ਪਿਆ, ਪਰ ਸਮਰਾਟ ਨੂੰ ਦਿਨ ਪ੍ਰਤੀ ਦਿਨ ਕਸ਼ਟ ਵਧਣ ਲੱਗਾ, ਕਿਉਂਕਿ ਸਾਧੂ ਓਦਾਂ ਹੀ ਮਸਤੀ ਵਿੱਚ ਰਹਿੰਦਾ ਸੀ ਜਦੋਂ ਇਹੀ ਸਾਧੂ ਉਸ ਦਰਖਤ ਦੇ ਹੇਠਾਂ ਮਸਤ ਰਹਿੰਦਾ ਸੀ। ਸਮਰਾਟ ਦੇ ਮਨ ਵਿੱਚ ਉਸ ਦੇ ਲਈ ਆਦਰ ਪੈਦਾ ਹੁੰਦਾ ਸੀ ਕਿ ਇਹ ਸਾਧੂ ਕਿੰਨਾ ਗਜਬ ਦਾ ਤਿਆਗੀ ਹੈ।
ਸਾਧੂ ਤਾਂ ਦਰਖਤ ਦੇ ਹੇਠਾਂ ਵੀ ਬੰਸਰੀ ਹੀ ਵਜਾਉਂਦਾ ਸੀ, ਮਹਿਲ ਵਿੱਚ ਆ ਕੇ ਵੀ ਬੰਸਰੀ ਹੀ ਵਜਾਉਂਦਾ ਸੀ। ਪਰ ਹੁਣ ਉਹ ਮਖਮਲ ਦੇ ਗੱਦਿਆਂ ਤੇ ਬੈਠ ਕੇ ਬੰਸਰੀ ਵਜਾਉਂਦਾ ਸੀ। ਇਹ ਸਭ ਕੁਝ ਦੇਖ ਕੇ ਸਮਰਾਟ ਬਹੁਤ ਦੁਖੀ ਹੁੰਦਾ ਸੀ ਕਿ ਮੈਂ ਇਸ ਨੂੰ ਕਿੱਥੋਂ ਲੈ ਆਇਆ। ਸਮਰਾਟ ਨਾਲੋਂ ਵੀ ਵੱਧ ਸਾਧੂ ਸ਼ਾਨ ਨਾਲ ਰਹਿੰਦਾ ਸੀ। ਸਮਰਾਟ ਨੂੰ ਤਾਂ ਥੋੜੀ ਚਿੰਤਾ ਫਿਕਰ ਵੀ ਸੀ। ਆਪਣੇ ਸਾਮਰਾਜ, ਆਪਣੇ ਮਹਿਲ, ਆਪਣੀ ਧਨ ਦੌਲਤ ਆਦਿ ਦੀਆਂ ਸੈਂਕੜੇ ਚਿੰਤਾਵਾਂ ਸਨ। ਉਸਨੂੰ ਤਾਂ ਕੋਈ ਚਿੰਤਾ ਹੀ ਨਹੀਂ ਸੀ। ਉਹ ਤਾਂ ਬਸ ਬੰਸਰੀ ਵਜਾਵੇ, ਜੇ ਵਧੀਆ ਭੋਜਨ ਖਾਵੇ। 6 ਮਹੀਨਿਆਂ ਤੱਕ ਸਮਰਾਟ ਨੇ ਉਸ ਨੂੰ ਕਿਸੇ ਤਰ੍ਹਾਂ ਬਰਦਾਸ਼ਤ ਕਰ ਲਿਆ, ਪਰ ਗੱਲ ਵੱਧਦੀ ਗਈ। ਗੱਲ ਸਮਰਾਟ ਦੀ ਸਹਿਨ ਸ਼ਕਤੀ ਤੋਂ ਬਾਹਰ ਹੋ ਗਈ। ਇੱਕ ਦਿਨ ਸਮਰਾਟ ਨੇ ਕਿਹਾ, ਮਹਾਰਾਜ, ਇੱਕ ਬੇਨਤੀ ਕਰਨੀ ਹੈ। ਤੁਹਾਡੇ ਅਤੇ ਮੇਰੇ ਵਿੱਚ ਫਰਕ ਕੀ ਰਹਿ ਗਿਆ ਹੈ? ਸਾਧੂ ਨੇ ਕਿਹਾ ਕਿ ਫਰਕ ਜਾਣਨਾ ਚਾਹੁੰਦੇ ਹੋ? ਸਮਰਾਟ ਨੇ ਕਿਹਾ, ਹਾਂ ਮਹਾਰਾਜ। ਸਾਧੂ ਨੇ ਕਿਹਾ ਕਿ ਤੁਸੀਂ 6 ਮਹੀਨੇ ਕਿਉਂ ਫਾਲਤੂ ਵਿੱਚ ਪਰੇਸ਼ਾਨ ਰਹੇ? ਇਹ ਗੱਲ ਤੁਹਾਨੂੰ ਉਸੇ ਵੇਲੇ ਪੁੱਛ ਲੈਣੀ ਚਾਹੀਦੀ ਸੀ ਜਦੋਂ ਮੈਂ ਤੁਹਾਡੇ ਘੋੜੇ ਤੇ ਬੈਠਿਆ ਸੀ ਕਿ ਮੈਂ ਤਾਂ ਦੇਖ ਹੀ ਲਿਆ ਸੀ। ਇਹ ਗੱਲ ਤੁਹਾਡੇ ਮਨ ਵਿੱਚ ਉਸੇ ਵੇਲੇ ਆ ਗਈ ਸੀ ਜਦੋਂ ਮੈਂ ਆਪਣਾ ਝੋਲਾ ਚੱਕ ਕੇ ਚੱਲਣ ਲਈ ਤੁਹਾਡੇ ਨਾਲ ਰਾਜੀ ਹੋ ਗਿਆ ਸੀ। ਉਸ ਵੇਲੇ ਮੈਂ ਤੁਹਾਡਾ ਚਿਹਰਾ ਦੇਖਿਆ ਸੀ। ਇਹ ਪ੍ਰਸ਼ਨ ਤਾਂ ਉਸੇ ਵੇਲੇ ਤੁਹਾਡੇ ਅੰਦਰ ਸੀ। ਤੁਸੀਂ ਐਵੇਂ 6 ਮਹੀਨਿਆਂ ਤੱਕ ਆਪਣੀ ਸਾਥੀ ਕਿਉਂ ਮਚਾਈ? ਤੁਸੀਂ ਉਦੋਂ ਹੀ ਪੁੱਛ ਲਿਆ ਹੁੰਦਾ। ਮੈਂ ਆਪਣਾ ਝੋਲਾ ਰੱਖ ਕੇ ਫਿਰ ਉਸ ਦਰਖਤ ਦੇ ਥੱਲੇ ਹੀ ਬੈਠ ਜਾਂਦਾ। ਮੈਂ ਵੀ ਇੰਤਜ਼ਾਰ ਕਰ ਹੀ ਰਿਹਾ ਸੀ। ਤੁਸੀਂ ਕਦੋਂ ਇਹ ਗੱਲ ਪੁੱਛੋਗੇ? ਕੱਲ ਸਵੇਰੇ ਤੁਹਾਨੂੰ ਫਰਕ ਦੱਸ ਹੀ ਦੇਵਾਂਗਾ। ਹਾਂ, ਇਹ ਫਰਕ ਪਿੰਡ ਦੇ ਬਾਹਰ ਜਾ ਕੇ ਦੱਸਾਂਗਾ। ਸਵੇਰੇ ਸਮਰਾਟ ਬਹੁਤ ਜਲਦੀ ਉੱਠ ਗਿਆ। ਉਹ ਫਰਕ ਜਾਣਨ ਲਈ ਬਹੁਤ ਉਤਸ਼ਾਹਿਤ ਸੀ। ਸਮਰਾਟ ਨੇ ਸੋਚਿਆ ਕਿ ਸਾਡੇ ਦੋਹਾਂ ਵਿੱਚ ਕੀ ਫਰਕ ਹੋ ਸਕਦਾ ਏ? ਮੈਨੂੰ ਤਾਂ ਕੋਈ ਫਰਕ ਨਹੀਂ ਲੱਗਦਾ। ਖਾਣਾ ਜਿਹੜਾ ਮੈਂ ਖਾਂਦਾ ਹਾਂ ਉਹੀ ਉਹ ਖਾਂਦਾ ਹੈ ਤੇ ਮੇਰੇ ਤੋਂ ਵੀ ਜ਼ਿਆਦਾ ਫਰਮਾਇਸ਼ਾਂ ਕਰਦਾ ਏ। ਇਹ ਲਿਆਓ, ਉਹ ਲਿਆਓ। ਮੈਂ ਜਿਸ ਕਮਰੇ ਵਿੱਚ ਰਹਿੰਦਾ ਹਾਂ ਉਸ ਨਾਲੋਂ ਵੀ ਵਧੀਆ ਕਮਰੇ ਵਿੱਚ ਰਹਿੰਦਾ ਏ। ਮੇਰਾ 2-3 ਨੌਕਰਾਂ ਨਾਲ ਕੰਮ ਚੱਲ ਜਾਂਦਾ ਏ। ਇਹ ਪੂਰਾ ਦਿਨ 15-20 ਨੌਕਰਾਂ ਨੂੰ ਉਲਝਾਈ ਰੱਖਦਾ ਏ। ਇਸ ਦੀਆਂ ਜ਼ਰੂਰਤਾਂ ਦਾ ਕੋਈ ਅੰਤ ਹੀ ਨਹੀਂ। ਕੱਪੜੇ ਵੀ ਐਨੇ ਸੋਹਣੇ ਪਾਉਂਦਾ ਏ। ਜੇ ਕੋਈ ਸਾਨੂੰ ਦੋਵਾਂ ਨੂੰ ਦੇਖੇ ਤਾਂ ਇਹ ਸਮਝੇ ਕਿ ਇਹ ਮੇਰਾ ਮੰਤਰੀ ਹੈ। ਘੱਟੋ ਘੱਟ ਮਹਿਲ ਦੇ ਬਾਕੀ ਲੋਕ ਮੇਰੇ ਤੋਂ ਡਰਦੇ ਤਾਂ ਨੇ। ਇਸ ਦੀਆਂ ਅੱਖਾਂ ਵਿੱਚ ਤਾਂ ਡਰ ਨਾਂ ਦੀ ਕੋਈ ਚੀਜ਼ ਹੀ ਨਹੀਂ ਏ। ਬਸ ਬਿਨਾਂ ਕਿਸੇ ਚਿੰਤਾ ਦੇ ਸਾਰਾ ਦਿਨ ਬੰਸਰੀ ਵਜਾਉਂਦਾ ਰਹਿੰਦਾ ਏ। ਦੇਖਦੇ ਹਾਂ ਕਿ ਇਹ ਮੈਨੂੰ ਅੱਜ ਕਿਹੜਾ ਫਰਕ ਦੱਸਦਾ ਏ। ਇਹ ਸਭ ਕੁਝ ਸੋਚਦੇ ਸਮਰਾਟ ਸਾਧੂ ਦੇ ਕਮਰੇ ਵਿੱਚ ਪਹੁੰਚ ਗਿਆ। ਸਮਰਾਟ ਨੇ ਉੱਥੇ ਜਾ ਕੇ ਦੇਖਿਆ ਤਾਂ ਉਹ ਸਾਧੂ ਉਹੀ ਪੁਰਾਣੇ ਕੱਪੜੇ ਪਾ ਕੇ, ਜਿਹੜੇ ਕੱਪੜੇ ਉਹ ਉਸ ਦਰਖਤ ਦੇ ਹੇਠਾਂ ਪਾ ਕੇ ਰਹਿੰਦਾ ਸੀ, ਇੱਕ ਹੱਥ ਵਿੱਚ ਝੋਲਾ ਤੇ ਦੂਜੇ ਹੱਥ ਵਿੱਚ ਬੰਸਰੀ ਫੜ ਕੇ ਤਿਆਰ ਖੜਾ ਸੀ। ਸਮਰਾਟ ਨੇ ਕਿਹਾ, ਚਲੋ ਮਹਾਰਾਜ। ਦੋਵੇਂ ਜਣੇ ਮਹਿਲ ਤੋਂ ਬਾਹਰ ਨਿਕਲ ਆਏ। ਚਲਦੇ ਉਹ ਪਿੰਡ ਤੋਂ ਬਾਹਰ ਆ ਗਏ। ਸਮਰਾਟ ਨੇ ਪੁੱਛਿਆ, ਤੇ ਹੋਰ ਕਿੰਨੀ ਦੂਰ ਜਾਣਾ ਹੈ? ਸਾਧੂ ਨੇ ਕਿਹਾ, ਬਸ ਥੋੜੀ ਦੂਰ ਹੋਰ। ਚਲਦੇ ਸਵੇਰ ਤੋਂ ਸ਼ਾਮ ਹੋ ਗਈ। ਸਮਰਾਟ ਨੇ ਕਿਹਾ, ਬਸ ਹੁਣ ਹੋਰ ਅੱਗੇ ਨਹੀਂ ਜਾਇਆ ਜਾਂਦਾ। ਜੋ ਵੀ ਦੱਸਣਾ ਹੈ ਇੱਥੇ ਹੀ ਦੱਸ ਦਿਓ। ਸਾਧੂ ਨੇ ਕਿਹਾ ਕਿ ਮੈਂ ਤਾਂ ਅੱਗੇ ਜਾ ਰਿਹਾ ਹਾਂ, ਤੁਸੀਂ ਜਾਣਾ ਹੈ ਜਾਂ ਨਹੀਂ? ਸਮਰਾਟ ਨੇ ਕਿਹਾ, ਮੈਂ ਕਿਵੇਂ ਜਾ ਸਕਦਾ ਹਾਂ? ਮੇਰਾ ਮਹਿਲ, ਮੇਰੀ ਪਤਨੀ, ਮੇਰੇ ਬੱਚੇ, ਮੇਰੇ ਧਨ ਦੌਲਤ ਸਭ ਕੁਝ ਮੇਰੇ ਨਾਲ ਜੁੜਿਆ ਹੋਇਆ ਹੈ। ਮੈਂ ਤੁਹਾਡੇ ਵਾਂਗ ਫਕੀਰ ਥੋੜੀ ਹਾਂ। ਇਸ ਨੂੰ ਕਿਸੇ ਗੱਲ ਦੀ ਕੋਈ ਚਿੰਤਾ ਹੀ ਨਹੀਂ ਹੈ। ਸਾਧੂ ਨੇ ਕਿਹਾ ਕਿ ਬਸ ਇਹੀ ਫਰਕ ਹੈ ਤੇਰੇ ਤੇ ਮੇਰੇ ਵਿੱਚ। ਮੈਂ ਕਿਤੇ ਵੀ ਜਾ ਸਕਦਾ ਹਾਂ, ਤੁਸੀਂ ਨਹੀਂ ਜਾ ਸਕਦੇ। ਮੈਂ ਹਰ ਪਰਿਸਥਿਤੀ ਵਿੱਚ ਖੁਸ਼ ਰਹਿ ਸਕਦਾ ਹਾਂ, ਪਰ ਤੁਸੀਂ ਨਹੀਂ ਰਹਿ ਸਕਦੇ। ਜਦੋਂ ਮੈਂ ਉਸ ਦਰਖਤ ਦੇ ਹੇਠਾਂ ਰਹਿੰਦਾ ਸੀ ਉਦੋਂ ਵੀ ਮੈਂ ਮਸਤ ਤੇ ਖੁਸ਼ ਰਹਿੰਦਾ ਸੀ ਤੇ ਆਪਣੀ ਜ਼ਿੰਦਗੀ ਦੇ ਇੱਕ ਪਲ ਨੂੰ ਜਿਉਂਦਾ ਸੀ। ਜਦੋਂ ਮੈਂ ਮਹਿਲ ਵਿੱਚ ਆ ਗਿਆ ਤਾਂ ਮੈਂ ਉੱਥੇ ਵੀ ਆਪਣੇ ਜੀਵਨ ਦੇ ਇੱਕ ਪਲ ਨੂੰ ਪੂਰੀ ਮਸਤੀ ਨਾਲ ਅਤੇ ਖੁਸ਼ੀ ਨਾਲ ਜਿਉਇਆ।
ਤੇ ਹੁਣ ਜਦੋਂ ਮੈਂ ਕਿਤੇ ਹੋਰ ਚਲਾ ਜਾਵਾਂਗਾ ਤਾਂ ਉੱਥੇ ਵੀ ਏਦਾਂ ਹੀ ਰਹਾਂਗਾ। ਅਸੀਂ ਜਿੱਥੇ ਜਿਸ ਸਮੇਂ ਰਹਿੰਦੇ ਹਾਂ ਪੂਰੀ ਤਰ੍ਹਾਂ ਉੱਥੇ ਹੀ ਰਹਿੰਦੇ ਹਾਂ। ਅਸੀਂ ਨਾ ਤਾਂ ਆਪਣੇ ਬੀਤੇ ਹੋਏ ਕੱਲ ਦੇ ਬਾਰੇ ਵਿੱਚ ਸੋਚ ਕੇ ਪਛਤਾਉਂਦੇ ਹਾਂ ਅਤੇ ਨਾ ਹੀ ਭਵਿੱਖ ਦੀ ਚਿੰਤਾ ਕਰਕੇ ਆਪਣੇ ਵਰਤਮਾਨ ਨੂੰ ਖਰਾਬ ਕਰਦੇ ਹਾਂ। ਅਸੀਂ ਤਾਂ ਬਸ ਅੱਜ ਵਿੱਚ ਹੀ ਜਿਉਂਦੇ ਹਾਂ ਕਿਉਂਕਿ ਅਸੀਂ ਸਮਝ ਗਏ ਹਾਂ ਜੀਵਨ ਤਾਂ ਅੱਜ ਵਿੱਚ ਹੈ, ਹੁਣੇ ਇਸੇ ਪਲ ਨੂੰ ਜਿਉਣ ਵਿੱਚ ਹੈ। ਬਸ ਇਹੀ ਛੋਟਾ ਜਿਹਾ ਫਰਕ ਹੈ ਤੇਰੇ ਅਤੇ ਮੇਰੇ ਵਿੱਚ। ਤੁਹਾਨੂੰ ਪਰਿਸਥਿਤੀਆਂ ਚਲਾਉਂਦੀਆਂ ਨੇ ਤੇ ਅਸੀਂ ਪਰਿਸਥਿਤੀਆਂ ਨੂੰ ਚਲਾਉਂਦੇ ਹਾਂ। ਤੁਸੀਂ ਖੁਸ਼ ਰਹਿਣਾ ਹੈ ਜਾਂ ਦੁਖੀ ਤੁਹਾਡੇ ਆਲੇ ਦੁਆਲੇ ਹੋਣ ਵਾਲੀਆਂ ਘਟਨਾਵਾਂ ਤੇ ਨਿਰਭਰ ਕਰਦਾ ਹੈ। ਪਰ ਸਾਡੇ ਲਈ ਇਹ ਘਟਨਾਵਾਂ ਜ਼ਿੰਦਗੀ ਦਾ ਇੱਕ ਮਾਤਰ ਹਿੱਸਾ ਨੇ। ਅਚਾਨਕ ਸਮਰਾਟ ਨੂੰ ਮਹਿਸੂਸ ਹੋਇਆ ਇਹ ਮੇਰੇ ਤੋਂ ਕੀ ਹੋ ਗਿਆ। ਐਨੇ ਅਦਭੁਤ ਆਦਮੀ ਨੂੰ ਗਵਾ ਲਿਆ। 6 ਮਹੀਨਿਆਂ ਵਿੱਚ ਮੇਸ ਤੋਂ ਕੋਈ ਗੁਣ ਵੀ ਨਾ ਲੈ ਸਕਿਆ। ਗੁਣ ਵੀ ਮੈਂ ਕਿਵੇਂ ਲੈਂਦਾ। ਮੇਰੇ ਮਨ ਵਿੱਚ ਤਾਂ ਇਹੀ ਚੱਲ ਰਿਹਾ ਸੀ ਕਿ ਇਹ ਤਾਂ ਇੱਕ ਸਧਾਰਨ ਆਦਮੀ ਹੈ, ਇੱਕ ਢੋਂਗੀ ਸਾਧੂ ਹੈ, ਪਰ ਇਹ ਆਦਮੀ ਅੰਦਰੋਂ ਬਹੁਤ ਗਿਆਨੀ ਨਿਕਲਿਆ। ਸਮਰਾਟ ਨੇ ਸਾਧੂ ਦੇ ਪੈਰ ਫੜ ਲਏ, ਕਿਹਾ ਮਹਾਰਾਜ ਮੈਂ ਤੁਹਾਨੂੰ ਅੱਗੇ ਨਹੀਂ ਜਾਣ ਦੇਵਾਂਗਾ। ਸਾਧੂ ਨੇ ਕਿਹਾ ਕਿ ਮੈਨੂੰ ਕੋਈ ਪਰੇਸ਼ਾਨੀ ਨਹੀਂ, ਇਹ ਰਿਹਾ ਤੇਰਾ ਘੋੜਾ। ਮੈਂ ਫਿਰ ਇਸ ਉੱਤੇ ਬੈਠ ਕੇ ਮਹਿਲ ਵਿੱਚ ਵਾਪਸ ਚਲਾ ਜਾਵਾਂਗਾ, ਪਰ ਫੇਰ ਤੈਨੂੰ ਪਰੇਸ਼ਾਨੀ ਹੋਵੇਗੀ। ਸਾਧੂ ਦੀਆਂ ਇਹ ਗੱਲਾਂ ਸੁਣਦੇ ਹੀ ਸਮਰਾਟ ਦੇ ਮਨ ਵਿੱਚ ਫਿਰ ਉਹੀ ਵਿਚਾਰ ਆਇਆ ਕਿ ਇਹ ਸਾਧੂ ਤਾਂ ਫੇਰ ਬੜੀ ਆਸਾਨੀ ਨਾਲ ਮੰਨ ਗਿਆ। ਸਾਧੂ ਨੇ ਸਮਰਾਟ ਦੇ ਚਿਹਰੇ ਵੱਲ ਬੜੇ ਧਿਆਨ ਨਾਲ ਦੇਖਿਆ, ਕਿਹਾ ਕਿ ਮੈਂ ਹੁਣ ਨਹੀਂ ਆਵਾਂਗਾ ਕਿਉਂਕਿ ਤੂੰ ਸੁਧਰ ਨਹੀਂ ਸਕਦਾ। ਤੈਨੂੰ ਫੇਰ ਤੋਂ ਪਰੇਸ਼ਾਨੀ ਹੋਵੇਗੀ, ਤੂੰ ਫੇਰ ਤੋਂ ਚਿੰਤਾ ਵਿੱਚ ਡੁੱਬ ਜਾਵੇਂਗਾ। ਸਾਡਾ ਕੀ ਏ, ਅਸੀਂ ਤਾਂ ਸੰਨਿਆਸੀ ਹਾਂ। ਸਾਡੇ ਲਈ ਮਹਿਲ ਤੇ ਜੰਗਲ ਸਭ ਇੱਕੋ ਜਿਹੇ ਨੇ। ਸਾਨੂੰ ਕੋਈ ਵੀ ਸਮੱਸਿਆ ਨਹੀਂ ਹੈ ਕਿਉਂਕਿ ਜਿਸ ਨੂੰ ਸਮੱਸਿਆ ਹੁੰਦੀ ਹੈ ਉਹ ਸੰਨਿਆਸੀ ਹੈ ਹੀ ਨਹੀਂ। ਮੇਰੀ ਵੰਸਰੀ ਜਿਵੇਂ ਮਹਿਲ ਵਿੱਚ ਵੱਜਦੀ ਸੀ ਉਦਾਂ ਹੀ ਜੰਗਲ ਵਿੱਚ ਵੀ ਵੱਜੂਗੀ ਤੇ ਵੱਜਦੀ ਹੀ ਰਹੂਗੀ। ਇਹ ਕਹਿ ਕੇ ਉਹ ਸਾਧੂ ਅੱਗੇ ਵੱਲ ਚੱਲ ਪੈਂਦਾ ਏ ਤੇ ਸਮਰਾਟ ਉੱਥੇ ਖੜਾ ਸਾਧੂ ਨੂੰ ਜਾਂਦੇ ਹੋਏ ਦੇਖਦਾ ਰਹਿੰਦਾ ਏ। ਸੋ ਦੋਸਤੋ, ਕਹਾਣੀ ਨੂੰ ਸੁਣਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਕਹਾਣੀ ਪਸੰਦ ਆਈ ਹੋਊਗੀ। ਇਹੋ ਜਿਹੀਆਂ ਹੋਰ ਮੋਟੀਵੇਸ਼ਨ ਕਹਾਣੀਆਂ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਤਾਂ ਜੋ ਸਾਡੀ ਅਗਲੀ ਕਹਾਣੀ ਵੀਡੀਓ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮਿਲਦੇ ਹਾਂ ਇੱਕ ਫਿਰ ਹੋਰ ਨਵੀਂ ਕਹਾਣੀ ਵੀਡੀਓ ਦੇ ਨਾਲ।